84,500 रुपया एक MLA ਦੀ ਤਨਖਾਹ ਹੁੰਦੀ ਹੈ। ਉਸ ਤਨਖਾਹ ਦੇ ਨਾਲ ਸਰਦਾ ਨਹੀਂ, ਉਹ ਘੱਟ ਪੈ ਜਾਂਦੀ ਹੈ ਜਿਹੜੇ ਇੰਨੇ ਵੱਡੇ ਪੱਧਰ ਤੇ ਭੱਤੇ ਲੈਣੇ ਪੈਂਦੇ ਨੇ। ਕਿ ਸਭ ਤੋਂ ਵੱਧ ਭੱਤੇ ਵੀ ਉਹੀ ਵਿਅਕਤੀ ਲੈ ਸਕਦਾ ਜਿਹੜਾ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ 100% ਹਾਜ਼ਰੀ ਦੇ ਰਿਹਾ ਹੈ। ਮੇਰੀ ਹਾਜ਼ਰੀ ਪੰਜਾਬ ਦੀ ਵਿਧਾਨ ਸਭਾ ਦੀਆਂ ਕਮੇਟੀਆਂ ਦੀ 99% ਹਾਜ਼ਰੀ ਹੈ। ਫਿਰ ਮੇਰਾ ਵੀ DATL ਲੈਣਾ ਤਾਂ ਮੇਰਾ ਹੱਕ ਹੈ ਨਾ। ਮੈਂ ਤਾਂ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਹਾਂ, ਮੇਰਾ ਕੋਈ ਆਪਣਾ ਕੋਈ ਬਹੁਤਾ ਬਿਜ਼ਨਸ ਹੈ ਨਹੀਂ। ਅੱਜ ਵੀ ਤੁਸੀਂ ਮੇਰਾ ਜਿਹੜਾ ਆ ਉਹ ITR ਚੈੱਕ ਕਰ ਲਓ, ਮੇਰਾ ਕੋਈ ਬਿਜ਼ਨਸ ਨਹੀਂ ਹੈ, ਮੇਰੀ ਕੋਈ ਹੋਰ ਦੁਕਾਨ ਨਹੀਂ ਹੈ ਜਾਂ ਮੇਰਾ ਕੁਝ ਕੋਈ ਹੋਰ ਨਹੀਂ। ਮਤਲਬ ਨਿੱਜੀ ਤੌਰ ਤੇ ਤੁਹਾਡਾ ਕੋਈ ਕਾਰੋਬਾਰ ਤੁਸੀਂ ਨਹੀਂ ਓਨ ਕਰਦੇ? ਮੇਰਾ ਕੋਈ ਕਾਰੋਬਾਰ ਨਹੀਂ ਹੈ। ਜੇ ਮੈਂ ਲੈ ਰਿਹਾ ਤਾਂ ਮੈਂ ਡਿਊਟੀ ਵੀ ਨਿਭਾ ਰਿਹਾ। ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਰਿਕਾਰਡ ਹੈ 2 ਸਾਲ ਦਾ। ਸਾਡੇ ਪ੍ਰਿੰਸੀਪਲ ਬੁੱਧ ਰਾਮ ਜੀ, ਭਾਵੇਂ ਉਹ ਆਮ ਆਦਮੀ ਪਾਰਟੀ ਦੇ ਨੇ, ਅਸੀਂ ਘੱਟੋ ਘੱਟ 6 ਤੇ 2 8 ਰਿਪੋਰਟਾਂ ਇਦਾਂ ਦੀਆਂ ਪੰਜਾਬ ਦੀ ਵਿਧਾਨ ਸਭਾ 'ਚ ਪੇਸ਼ ਕੀਤੀਆਂ ਕਿ ਸਾਰੀ ਵਿਧਾਨ ਸਭਾ ਦੇਖ ਰਹੀ ਸੀ ਕਿ ਅਸੀਂ ਕੰਮ ਕੀਤਾ। ਔਰ ਮੈਂ ਤਾਂ ਆਪਣੀਆਂ ਬਹੁਤ ਸਾਰੀਆਂ ਤਨਖਾਹਾਂ ਗਰੀਬ ਬੱਚਿਆਂ ਦੀਆਂ ਪੜ੍ਹਾਈਆਂ ਵਾਸਤੇ ਵੀ ਦਿੰਦਾ ਆ। ਮੈਂ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਆਪਣੀ ਤਨਖਾਹ ਦਿੱਤੀ ਹੈ। ਦੇਸ਼ ਭਗਤ ਯਾਦਗਾਰ ਹਾਲ ਵਰਗਿਆਂ ਦੇ ਜਿੱਥੇ ਗਦਰੀ ਬਾਬਿਆਂ ਦੀ ਯਾਦ 'ਚ ਮੇਲੇ ਲੱਗਦੇ ਨੇ। ਜਿਹੜੀਆਂ ਕਮੇਟੀਆਂ ਦੇ ਮੈਂਬਰ ਤੁਸੀਂ ਹੋ, ਉਹਨਾਂ ਹੀ ਕਮੇਟੀਆਂ ਦੇ ਮੈਂਬਰ ਹੋਰ ਵਿਧਾਇਕ ਵੀ ਹੋਣਗੇ, ਫਿਰ ਉਹ ਤਾਂ ਇੰਨੇ ਭੱਤੇ ਲੈਂਦੇ ਨਜ਼ਰ ਨਹੀਂ ਆ ਰਹੇ। ਤੁਸੀਂ ਜਾਂ ਦੱਸ ਦਿਓ ਵੀ ਜਿਹੜੇ 5 ਬੰਦਿਆਂ ਦੀ ਲਿਸਟ ਆਈ ਹੈ, 4 ਆਮ ਆਦਮੀ ਪਾਰਟੀ ਦੇ ਨੇ, 5ਵਾਂ ਨਾਮ ਤੁਹਾਡਾ ਹੈ, ਤੁਹਾਡਾ ਸਭ ਤੋਂ ਉੱਤੇ ਹੈ। ਰਾਜ ਨਹੀਂ ਹੁੰਦਾ, ਇਹ ਸੇਵਾ ਦਾ ਤਰੀਕਾ ਹੁੰਦਾ। ਫਿਰ ਇਹੋ ਜਿਹੀ ਕਿਹੜੀ ਸੇਵਾ ਜਿਹਦੇ 'ਚ ਤੁਹਾਨੂੰ ਉਲਟੇ ਪੈਸੇ ਲੈਣੇ ਪੈਣ? ਲੋਕ ਇਹ ਵੀ ਗੱਲਾਂ ਕਰਦੇ ਨੇ ਨਾ ਵੀ ਸੇਵਾ ਦਾ ਮਤਲਬ ਸਿਰਫ ਸੇਵਾ ਹੁੰਦਾ, ਤੁਸੀਂ ਲੋਕਾਂ ਦੀ ਸੇਵਾ ਕਰਨੀ, ਤੁਹਾਨੂੰ ਚੁਣਿਆ ਗਿਆ, ਤੁਸੀਂ ਸੇਵਾ ਕਰੋ। ਪਰ ਇਸ ਤਰੀਕੇ ਦੇ ਨਾਲ ਇੱਕ ਤਨਖਾਹ ਮਿਲਦੀ ਹੈ, ਉਹ ਅਲੱਗ ਚੀਜ਼ ਹੋ ਗਈ। ਉੱਤੋਂ ਜਿਹੜੇ ਭੱਤੇ ਮਿਲਦੇ ਆ ਉਹ ਬਹੁਤ ਸਾਰੇ ਵਿਧਾਇਕ ਨਹੀਂ ਵੀ ਲੈਂਦੇ। ਬਹੁਤ ਸਾਰੇ ਵਿਧਾਇਕ ਇਹ ਕਹਿੰਦੇ ਨੇ ਅਸੀਂ ਤਨਖਾਹ ਵੀ ਨਹੀਂ ਲੈਣੀ। ਬਈ ਉਹ ਜਿਹੜੇ ਨਹੀਂ ਲੈਂਦੇ ਨਾ ਲੈਣ, ਇਹ ਉਹਨਾਂ ਦਾ ਆਪਣਾ ਹੱਕ ਆ। ਹੁਣ ਫਿਰ ਮੈਂ ਮੰਗਣ ਲੱਗ ਜਾਣਾ ਵੀ ਮੈਂ ਜੇ ਜਾਣਾ ਚੰਡੀਗੜ੍ਹ ਨੂੰ ਤਾਂ ਫਿਰ ਮੈਂ ਕਿਸੇ ਨੂੰ ਕਹਾਂ ਮੇਰੀ 10,000 ਦਾ ਗੱਡੀ 'ਚ ਤੇਲ ਪਵਾ ਕੇ ਦੇ। ਬਈ ਫਿਰ ਤੁਸੀਂ ਇਹ ਚਾਹੁੰਦੇ ਹੋ ਜੇ ਮੈਂ ਆਪਣਾ ਰਾਈਟ ਲੈ ਰਿਹਾ ਤਾਂ ਮੈਂ ਗੁਨਾਹ ਨਹੀਂ ਕਰ ਰਿਹਾ। ਜੇ ਮੈਂ ਗੁਨਾਹ ਕਰ ਰਿਹਾ ਫਿਰ ਮੈਨੂੰ ਉਹਦੇ ਗੁਨਾਹ ਦੀ ਸਜ਼ਾ ਮਿਲਣੀ ਚਾਹੀਦੀ। ਮੇਰਾ ਰਿਕਾਰਡ ਚੈੱਕ ਕਰ ਲੈਣਾ ਚਾਹੀਦਾ ਵੀ ਮੈਂ ਉਹ ਰਾਈਟ ਲਿਆ ਕਿ ਸਹੀ ਲਿਆ। ਬਹੁਤ ਸਾਰਿਆਂ ਨੇ ਮੈਡੀਕਲਸ ਦੇ ਲਏ ਆ, ਉਹ ਤਾਂ ਕਿਸੇ ਨੇ ਚਲਾਇਆ ਨਹੀਂ। ਮੈਂ ਤਾਂ ਮੈਡੀਕਲ ਦੇ 10 ਰੁਪਈਏ ਵੀ ਨਹੀਂ ਲਏ। ਮੇਰੀ ਲੱਤ ਟੁੱਟ ਗਈ, ਐਡਾ ਵੱਡਾ ਐਕਸੀਡੈਂਟ ਹੋਇਆ ਸੀ, ਤੁਹਾਨੂੰ ਪਤਾ ਹੋਣਾ। ਮੈਂ ਫੋਰਟਿਸ 'ਚ ਦਾਖਲ ਰਿਹਾ, ਮੈਂ ਜੌਲ ਹਸਪੀਟਲ ਜਲੰਧਰ 'ਚ ਦਾਖਲ ਰਿਹਾ। ਬੜੀਆਂ ਫੈਕਟਰੀਆਂ ਨੇ, ਬੜੇ ਮਾਲਕ ਨੇ। ਤੁਹਾਡੇ ਖਾਸ ਦੋਸਤ ਪ੍ਰਗਟ ਸਿੰਘ ਹੋਣੀ ਨੇ, ਪ੍ਰਗਟ ਸਿੰਘ ਨਹੀਂ ਲੈਂਦੇ? ਇਹ ਤਾਂ ਹੁਣ ਉਹ ਹੀ ਦੱਸ ਸਕਦੇ ਵੀ ਉਹ ਕਿਉਂ ਨਹੀਂ ਲੈਂਦੇ। ਨਹੀਂ, ਉਹਨਾਂ ਦਾ ਸਭ ਤੋਂ ਘੱਟ ਲੈਣ ਵਾਲਿਆਂ 'ਚ ਆਇਆ ਵੀ ਘੱਟ ਪੱਤੇ ਲੈਂਦੇ। ਹਾਜ਼ਰੀਆਂ ਚੈੱਕ ਕਰ ਲਿਓ ਉਹਨਾਂ ਦੀਆਂ। ਅੱਛਾ, ਬੋਲਦਾ ਵੀ ਆ, ਜਾਣਦਾ ਵੀ ਆ, ਨੌਲੇਜ। ਲਾਇਬ੍ਰੇਰੀਆਂ 'ਚ ਮੈਂ ਜਾ ਕੇ ਸਭ ਤੋਂ ਵੱਧ ਬੈਠਦਾ। ਅੱਛਾ, ਉਹ ਵੀ ਦੱਸਣ। ਉਹ ਕਿੰਨੀਆਂ ਕਿਤਾਬਾਂ ਇਸ਼ੂ ਕਰਾਈਆਂ ਨੇ ਤੁਸੀਂ? ਮੇਰੇ ਕੋਲ ਮੇਰੇ ਖਿਆਲ 'ਚ 7-8 ਕਿਤਾਬਾਂ ਨੂੰ ਮੈਂ ਬਹੁਤ ਵਿਧਾਨ ਸਭਾ ਦੀ ਲਾਇਬ੍ਰੇਰੀ? ਅਸੀਂ ਉੱਥੇ ਬੈਠ ਕੇ, ਅੱਛਾ, ਉੱਥੇ ਬੈਠ ਕੇ ਪੜ੍ਹਦੇ ਹਾਂ। ਅਖਬਾਰਾਂ ਵੀ ਉੱਥੇ ਜਾ ਕੇ ਕਈ ਵਾਰੀ ਪੜ੍ਹੀ ਦੀਆਂ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ TV USA ਇਸ ਸਮੇਂ ਤੁਸੀਂ ਵੇਖ ਸੁਣ ਰਹੇ ਹੋ। ਇਸ ਸਮੇਂ ਮੈਂ ਪੰਜਾਬ ਦੇ ਆਦਮਪੁਰ ਵਿਧਾਨ ਸਭਾ ਹਲਕੇ ਤੋਂ MLA ਸੁਖਵਿੰਦਰ ਸਿੰਘ ਕੋਟਲੀ ਹੋਣਾ ਦੇ ਨਾਲ। ਬੀਤੇ ਦਿਨਾਂ ਤੋਂ ਇੱਕ ਲਿਸਟ ਖਾਸੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਪੰਜਾਬ ਦੇ ਅੰਦਰ ਸਭ ਤੋਂ ਵੱਧ ਭੱਤੇ ਲੈਣ ਵਾਲੇ ਤੇ ਸਭ ਤੋਂ ਘੱਟ ਭੱਤੇ ਲੈਣ ਵਾਲਿਆਂ ਦੀ ਚਰਚਾ ਛਿੜੀ ਹੋਈ ਹੈ। ਉਹਨਾਂ ਵਿੱਚੋਂ ਇੱਕ ਨਾਮ ਕੋਟਲੀ ਹੋਣਾ ਦਾ ਹੈ। ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਜੇਕਰ ਇਹ ਸੰਵਿਧਾਨਕ ਹੱਕ ਹੈ ਤਾਂ ਉਹ ਇੰਨਾ ਵਰਤ ਲੈਣਾ ਕਿਵੇਂ ਜਾਇਜ਼ ਹੈ ਜਾਂ ਨਜਾਇਜ਼ ਹੈ, ਕੀ ਗੱਲਬਾਤ ਹੈ, ਕਿਵੇਂ ਇੰਨੇ ਪੈਸੇ ਬਣ ਜਾਂਦੇ ਨੇ ਤੇ ਭੱਤੇ ਲਏ ਜਾਂਦੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਕੋਟਲੀ ਸਾਹਿਬ। ਸਭ ਤੋਂ ਪਹਿਲਾ ਸਵਾਲ, 84,500 ਰੁਪਇਆ ਇੱਕ MLA ਦੀ ਤਨਖਾਹ ਹੁੰਦੀ ਹੈ। ਉਸ ਤਨਖਾਹ ਦੇ ਨਾਲ ਸਰਦਾ ਨਹੀਂ, ਉਹ ਘੱਟ ਪੈ ਜਾਂਦੀ ਹੈ ਜਿਹੜੇ ਇੰਨੇ ਵੱਡੇ ਪੱਧਰ ਤੇ ਭੱਤੇ ਲੈਣੇ ਪੈਂਦੇ ਨੇ। ਦੇਖੋ, ਤਨਖਾਹ ਦਾ ਇੱਕ ਅਲੱਗ ਸਵਾਲ ਹੈ। ਉਹ ਤਾਂ ਸਰਕਾਰ ਨੇ ਮੁਕਰਰ ਕੀਤੀ ਹੋਈ ਹੈ ਕਿ ਤੁਹਾਨੂੰ 84,000 ਦੇ ਕਰੀਬ, ਕਈ 1,000 ਖੰਡ ਕੱਢ ਵੀ ਜਾਂਦਾ, ਕਈ ਵੱਧ ਵੀ ਜਾਂਦਾ, ਕਿਉਂਕਿ ਮਹੀਨੇ ਦਾ ਹਿਸਾਬ ਹੁੰਦਾ, ਡੇਲੀ ਹਿਸਾਬ ਹੁੰਦਾ। ਠੀਕ ਹੈ। ਉਹ ਇੰਨਾ ਮਿਲਦਾ 84,000 ਦੇ ਕਰੀਬ। ਹਾਂ, ਜਿੱਥੋਂ ਤੱਕ ਭੱਤਿਆਂ ਦੇ ਮਾਮਲੇ ਦੇ ਅੰਦਰ ਪਿਛਲੇ ਦਿਨਾਂ ਤੋਂ ਕਾਫੀ ਮਾਮਲਾ ਵਾਇਰਲ ਹੋ ਰਿਹਾ, ਉਹਦੇ ਮੁਤਾਬਕ ਇਹ ਹੈ ਕਿ ਜਿਹੜੇ ਮੈਂ ਭੱਤੇ ਲਏ ਆ ਉਹਦਾ ਜ਼ਿਕਰ ਜਿਹੜਾ ਆ ਉਹ ਵੱਖ-ਵੱਖ ਮੀਡੀਆ ਚੈਨਲਸ ਦੇ ਉੱਤੇ ਹੋਇਆ, ਖੂਬ ਹੋ ਰਿਹਾ। ਹਾਂ, ਪਰ ਮੈਂ ਸਪਸ਼ਟ ਵੀ ਕਰਨਾ ਚਾਹੁੰਦਾ ਔਰ ਉਹਨਾਂ ਨੂੰ, ਦਰਸ਼ਕਾਂ ਨੂੰ ਵੀ ਦੱਸਣਾ ਚਾਹੁੰਦਾ ਕਿ ਸਭ ਤੋਂ ਵੱਧ ਭੱਤੇ ਵੀ ਉਹੀ ਵਿਅਕਤੀ ਲੈ ਸਕਦਾ ਜਿਹੜਾ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ 100% ਹਾਜ਼ਰੀ ਦੇ ਰਿਹਾ। ਕਿਉਂਕਿ ਉਹਦਾ ਆਉਣ ਜਾਣ ਹੋਏਗਾ। ਜੇ ਅਸੀਂ ਉੱਥੇ ਜਾਵਾਂਗੇ, ਅਸੀਂ ਉੱਥੇ ਹਾਜ਼ਰੀ ਲਾਵਾਂਗੇ, ਪੰਜਾਬ ਦੀ ਵਿਧਾਨ ਸਭਾ 'ਚ ਬੈਠਾਂਗੇ ਤਾਂ ਫਿਰ ਮੇਰਾ ਭੱਤੇ ਲੈਣ ਦਾ ਵੀ ਤਾਂ ਮੇਰਾ ਪੂਰਾ ਹੱਕ ਹੈ ਨਾ। ਦੂਸਰਾ, ਪੰਜਾਬ ਦੀ ਵਿਧਾਨ ਸਭਾ ਦੀਆਂ ਕਮੇਟੀਆਂ ਬਣਦੀਆਂ ਨੇ, ਬਹੁਤ ਸਾਰੇ ਹਰੇਕ ਡਿਪਾਰਟਮੈਂਟਸ ਦੀ ਕਮੇਟੀ ਹੁੰਦੀ ਹੈ। ਮੈਂ ਪਹਿਲੇ ਸਾਲ ਜਿਹੜਾ ਸੀਗਾ ਉਹ ਮੈਂ ਪਬਲਿਕ ਅਕਾਊਂਟਸ ਦਾ ਉਹਦੇ 'ਚ ਮੈਂਬਰ ਸੀ,
ਔਰ ਉਹਦੇ ਨਾਲ ਸੋਸ਼ਲ ਵੈਲਫੇਅਰ ਦੇ ਅੰਦਰ ਮੈਂਬਰ ਸੀ। ਦੂਸਰੇ ਵਾਰ ਮੈਂ ਸੋਸ਼ਲ ਵੈਲਫੇਅਰ ਔਰ ਪੰਚਾਇਤੀ ਰਾਜ ਦੇ ਵਿੱਚ ਆ ਗਿਆ। ਠੀਕ ਹੈ। ਔਰ ਉਸ ਤੋਂ ਬਾਅਦ ਐਸਟੀਮੇਟ ਤੇ ਪੰਚਾਇਤੀ ਰਾਜ ਦੇ ਅੰਦਰ ਮੈਂ ਜਿਹੜਾ ਹੁਣ ਕੰਮ ਕਰ ਰਿਹਾ। ਬਹੁਤ ਸਾਰੀਆਂ ਤੁਸੀਂ ਮੇਰਾ ਔਨ ਰਿਕਾਰਡ ਚੈੱਕ ਕਰੋ, ਮੇਰੀ ਹਾਜ਼ਰੀ ਪੰਜਾਬ ਦੀ ਵਿਧਾਨ ਸਭਾ ਦੀਆਂ ਕਮੇਟੀਆਂ ਦੀ 99% ਹਾਜ਼ਰੀ ਹੈ। ਮਤਲਬ ਕਿ ਤੁਸੀਂ ਕੋਈ ਵੀ ਕਮੇਟੀ ਦੀ ਮੀਟਿੰਗ ਮਿਸ ਨਹੀਂ ਕਰਦੇ। ਮੈਂ ਕਿਤੇ ਮਤਲਬ ਕੋਈ ਬਹੁਤ ਤੁਹਾਡੇ ਹਲਕੇ ਚ ਰੁਝੇਵੇਂ ਹੋਏ ਹੋਣਗੇ ਤਾਂ ਫਿਰ ਹੀ ਮੈਂ ਕਿਤੇ ਉਹਦੇ ਤੋਂ ਗੈਰ ਹਾਜ਼ਰ ਹੋਇਆ ਹੋਵਾਂਗਾ। ਔਰ ਸਾਡੀਆਂ ਕਮੇਟੀਆਂ ਜਿਹੜੀਆਂ ਵੱਖ-ਵੱਖ ਸਟੇਟਾਂ ਦਾ ਵੀ ਦੌਰਾ ਕਰਦੀਆਂ ਨੇ। ਠੀਕ ਹੈ। ਅਸੀਂ ਕੇਰਲਾ ਵੀ ਗਏ ਆ, ਕਰਨਾਟਕਾ ਵੀ ਗਏ ਆ, ਔਰ ਅਸੀਂ ਹਿਮਾਚਲ ਵੀ ਜਿਹੜਾ ਆ ਉਹ ਮੀਟਿੰਗਾਂ ਹੁੰਦੀਆਂ ਨੇ, ਔਰ ਪੰਜਾਬ ਤੋਂ ਬਾਹਰ ਵੀ ਜਿਹੜੀਆਂ ਉਹ ਮੀਟਿੰਗਸ ਹੁੰਦੀਆਂ ਨੇ, ਦਿੱਲੀ ਮੀਟਿੰਗਸ ਹੁੰਦੀਆਂ ਨੇ। ਉਹਦਾ ਮਕਸਦ ਕੀ ਹੁੰਦਾ ਪੰਜਾਬ ਤੋਂ ਬਾਹਰ ਹੋਣ ਦਾ ਮੀਟਿੰਗ? ਉੱਥੇ ਉਹਨਾਂ ਦੀਆਂ ਉਸ ਸਟੇਟਾਂ ਦਾ ਜਾ ਕੇ ਕਲਚਰ ਜਾਂ ਜਿਹੜੇ ਡਿਪਾਰਟਮੈਂਟ ਦੇ ਨਾਲ ਤੁਸੀਂ, ਜਿੱਦਾਂ ਅਸੀਂ ਕੇਰਲਾ ਗਏ ਆ। ਠੀਕ ਹੈ। ਕੇਰਲਾ ਦੇ ਅੰਦਰ ਜਿਹੜਾ ਪੰਚਾਇਤੀ ਰਾਜ ਸਿਸਟਮ ਬਹੁਤ ਸੋਲਿਡ ਹੈ। ਉੱਥੇ ਬਹੁਤ ਸਾਰੇ ਕਾਫੀ ਪਿੰਡਾਂ ਦਾ ਇੱਕ ਸਰਪੰਚ ਬਣਦਾ, ਉਹਨਾਂ ਕੋਲ ਦਫ਼ਤਰ ਆ, ਉਹਨਾਂ ਨੂੰ ਉੱਥੇ ਗੱਡੀਆਂ ਮਿਲੀਆਂ ਹੋਈਆਂ ਨੇ, ਉਹਨਾਂ ਨੂੰ ਬਕਾਇਦਾ ਦਫ਼ਤਰ ਦੇ ਅੰਦਰ ਬੈਠਣਾ ਪੈਂਦਾ। ਪੰਚਾਇਤੀ ਰਾਜ ਸੈਟਅਪ ਬਹੁਤ ਸਟਰੋਂਗ ਹੈ ਤੇ ਤੁਸੀਂ ਪੰਚਾਇਤੀ ਰਾਜ ਸੈਟਅਪ ਵਾਲੀ ਮੀਟਿੰਗ ਉਹਦੇ ਅਸੀਂ ਮੇਰੇ ਖਿਆਲ ਦੇ ਵਿੱਚ 2 ਵਾਰ ਸ਼ਾਇਦ ਗਏ, ਕਰਨਾਟਕਾ ਵਗੈਰਾ ਵੀ ਅਸੀਂ ਜਾ ਕੇ ਆਏ ਹਾਂ। ਹਾਂ, ਹੁਣ ਜਿੱਥੋਂ ਤੱਕ ਤੁਹਾਡੇ ਸਵਾਲ ਦਾ ਜਵਾਬ ਹੈ, ਹੁਣ ਜਦੋਂ ਮੈਂ ਮੀਟਿੰਗਾਂ 'ਚ ਜਾਵਾਂਗਾ, ਚਾਹੇ ਚੰਡੀਗੜ੍ਹ ਜਾਵਾਂ, ਚਾਹੇ ਰਣਜੀਤ ਸਾਗਰ ਡੈਮ ਜਾਵਾਂ, ਚਾਹੇ ਦਿੱਲੀ ਜਾਵਾਂ, ਚਾਹੇ ਕਰਨਾਟਕਾ ਜਾਵਾਂ, ਫਿਰ ਮੇਰਾ ਹੱਕ ਤਾਂ ਬਣਦਾ ਹੀ ਆ ਨਾ ਕਿ ਜਿਹੜੇ ਮੈਂ ਪੈਸੇ ਖਰਚ ਰਿਹਾ, ਠੀਕ ਹੈ, ਜਾਂ ਮੈਂ ਉਹਦੇ ਦੀ ਜਾਂ ਜਿਹੜਾ ਮੈਨੂੰ ਸੰਵਿਧਾਨਕ ਤੌਰ ਦੇ ਉੱਤੇ ਪੈਸਾ ਮਿਲਦਾ ਮੈਂ ਉਹ ਲੈ ਰਿਹਾ। ਹੁਣ ਜੇ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਮੇਰੀ 99 ਵੈਸੇ ਇੱਕ ਹਾਜ਼ਰੀ ਮੇਰੀ ਮਿਸ ਹੈ, ਉਹ ਵੀ ਅਸੀਂ ਉਸ ਮੀਟਿੰਗ ਦਾ ਜਿਹੜਾ ਸੀ ਇਹਨਾਂ ਨੇ ਸੈਸ਼ਨ ਬੁਲਾਇਆ ਸੀ, ਠੀਕ ਹੈ, ਤੇ ਉਦੋਂ ਅਸੀਂ ਇਹ ਕਿਹਾ ਸੀ ਵੀ ਅਸੀਂ ਹਾਜ਼ਰੀ ਨਹੀਂ ਲਾਉਣੀ ਤੇ ਨਾ ਅਸੀਂ ਉਸ ਦਿਨ ਦਾ ਭੱਤਾ ਲੈਣਾ, ਨਾ ਅਸੀਂ ਲਿਆ ਨਾ ਲਿਆ। ਇੱਕ ਮੇਰੀ ਹਾਜ਼ਰੀ ਮਿਸ, ਮੈਂ ਵਿਧਾਨ ਸਭਾ 'ਚ ਸੀ ਲੇਕਿਨ ਕਾਨੂੰਨੀ ਤੌਰ ਦੇ ਉੱਤੇ ਅਸੀਂ ਹਾਜ਼ਰੀ ਸਾਰੀ ਮਤਲਬ ਜਾਣੀ ਆਪੋਜੀਸ਼ਨ ਨੇ ਨਹੀਂ ਸੀ ਲਾਈ। ਠੀਕ ਹੈ। ਤੇ ਹੁਣ ਜਦੋਂ ਮੇਰੀ ਹਾਜ਼ਰੀ 99% ਹੈ, ਫਿਰ ਮੇਰਾ ਵੀ DATL ਲੈਣਾ ਤਾਂ ਮੇਰਾ ਹੱਕ ਹੈ ਨਾ। ਮੈਂ ਤਾਂ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਆ, ਮੇਰਾ ਕੋਈ ਆਪਣਾ ਕੋਈ ਬਹੁਤਾ ਬਿਜ਼ਨਸ ਹੈ ਨਹੀਂ, ਮੈਂ ਤਾਂ ਇੱਕ ਆਮ ਵਿਅਕਤੀ ਗਲੀਆਂ ਬਾਜ਼ਾਰਾਂ 'ਚ ਲੜਦਾ ਉੱਠਿਆ ਤੇ ਇੱਥੇ ਤੱਕ ਪਹੁੰਚਿਆ। ਅੱਜ ਵੀ ਤੁਸੀਂ ਮੇਰਾ ਜਿਹੜਾ ਆ ਉਹ ITR ਚੈੱਕ ਕਰ ਲਓ, ਮੈਂ ਸਿਰਫ ਆਪਣੀ ਤਨਖਾਹ ਦੇ ਉੱਤੇ ਹੀ ਨਿਰਭਰ ਹਾਂ। ਮੇਰਾ ਕੋਈ ਬਿਜ਼ਨਸ ਨਹੀਂ ਹੈ, ਮੇਰੀ ਕੋਈ ਹੋਰ ਦੁਕਾਨ ਨਹੀਂ ਹੈ, ਜਾਂ ਮੇਰਾ ਕੁਝ ਕੋਈ ਹੋਰ ਨਹੀਂ। ਮਤਲਬ ਨਿੱਜੀ ਤੌਰ ਤੇ ਤੁਹਾਡਾ ਕੋਈ ਕਾਰੋਬਾਰ ਤੁਸੀਂ ਨਹੀਂ ਓਨ ਕਰਦੇ? ਮੇਰਾ ਕੋਈ ਕਾਰੋਬਾਰ ਨਹੀਂ ਹੈ। ਮੇਰੇ ਬੱਚੇ ਆਪਣਾ ਜਿਹੜਾ ਆ ਉਹ ਬੇਟਾ ਆਪਣਾ ਦੁਕਾਨ ਬੇਰਕਾ ਵਗੈਰਾ ਉਹ ਚਲਾ ਰਿਹਾ ਹੈਗਾ ਆ। ਸੋ ਹੁਣ ਜਿਹੜਾ ਮੇਰਾ ਰਾਈਟ ਹੈ, ਹਾਂ, ਜੇ ਮੈਂ ਲੈ ਰਿਹਾ ਤਾਂ ਮੈਂ ਡਿਊਟੀ ਵੀ ਨਿਭਾ ਰਿਹਾ। ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਰਿਕਾਰਡ ਹੈ 2 ਸਾਲ ਦਾ। ਸਾਡੇ ਪ੍ਰਿੰਸੀਪਲ ਬੁੱਧ ਰਾਮ ਜੀ, ਭਾਵੇਂ ਉਹ ਆਮ ਆਦਮੀ ਪਾਰਟੀ ਦੇ ਨੇ, ਅਸੀਂ ਘੱਟੋ ਘੱਟ 6 ਤੇ 2 8 ਰਿਪੋਰਟਾਂ ਇਦਾਂ ਦੀਆਂ ਪੰਜਾਬ ਦੀ ਵਿਧਾਨ ਸਭਾ 'ਚ ਪੇਸ਼ ਕੀਤੀਆਂ ਕਿ ਸਾਰੀ ਵਿਧਾਨ ਸਭਾ ਦੇਖ ਰਹੀ ਸੀ ਕਿ ਅਸੀਂ ਕੰਮ ਕੀਤਾ। ਤੇ ਜੇ ਅਸੀਂ ਹਾਜ਼ਰੀ ਲਾ ਰਹੇ, ਦੇਖੋ ਭੱਤੇ ਦਾ ਮਤਲਬ ਹੁੰਦਾ ਕਿ ਹਾਜ਼ਰੀ ਵੀ ਹੈ ਤੁਹਾਡੀ ਕਿ ਨਹੀਂ, ਤੁਸੀਂ ਉੱਥੇ ਹਾਜ਼ਰ ਵੀ ਆ ਕਿ ਨਹੀਂ ਹਾਜ਼ਰ ਹੈ। ਜਦੋਂ ਅਸੀਂ ਉੱਥੇ ਹਾਜ਼ਰ ਹੈ ਤਾਂ ਉਦੋਂ ਹੀ ਤੁਸੀਂ ਆਪਣਾ ਪਤਾ ਲੈ ਸਕਦੇ ਹੋ। ਇਸ ਕਰਕੇ ਜਿਹੜੀ ਗੱਲ ਚੱਲ ਰਹੀ ਆ ਮੀਡੀਆ ਦੇ ਵਿੱਚ, ਉਹ ਸਾਰਿਆਂ ਨੂੰ ਪਤਾ ਵੀ ਹੈ। ਉਹ ਕਈ ਵਾਰ ਮੀਡੀਆ ਆਪਣੇ ਹਿਸਾਬ ਦੇ ਨਾਲ ਲਿਖ ਰਿਹਾ, ਲੇਕਿਨ ਉਹ ਮੇਰਾ ਰਿਕਾਰਡ ਚੈੱਕ ਕਰ ਲੈਣ, ਔਰ ਜੋ ਮੈਂ ਉਹਦੇ ਮੁਤਾਬਕ ਬਣਦਾ ਲਿਆ ਉਹ ਸੰਵਿਧਾਨਕ ਮੇਰਾ ਹੱਕ ਹੈ, ਔਰ ਉਹਦੇ ਮੁਤਾਬਕ ਮੈਂ ਗੁਜ਼ਾਰਾ ਕਰਦਾ। ਔਰ ਮੈਂ ਤਾਂ ਆਪਣੀਆਂ ਬਹੁਤ ਸਾਰੀਆਂ ਤਨਖਾਹਾਂ ਗਰੀਬ ਬੱਚਿਆਂ ਦੀਆਂ ਪੜ੍ਹਾਈਆਂ ਵਾਸਤੇ ਵੀ ਦਿੰਦਾ ਆ। ਮੈਂ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਆਪਣੀ ਤਨਖਾਹ ਦਿੱਤੀ ਹੈ। ਦੇਸ਼ ਭਗਤ ਯਾਦਗਾਰ ਹਾਲ ਵਰਗਿਆਂ ਦੇ ਜਿੱਥੇ ਗਦਰੀ ਬਾਬਿਆਂ ਦੀ ਯਾਦ 'ਚ ਮੇਲੇ ਲੱਗਦੇ ਨੇ, ਮੈਂ ਤਾਂ ਉੱਥੇ ਵੀ ਆਪਣੀਆਂ ਤਨਖਾਹਾਂ ਜਿਹੜੀਆਂ ਉਹ ਦੇ ਦਿੰਦਾ। ਕੋਈ ਬੱਚਾ ਪੜ੍ਹਨ ਵਾਲਾ ਗਰੀਬ ਮੇਰੇ ਕੋਲ ਆ ਜਾਏ, ਕੋਈ ਬੇਟੀ ਆ ਜਾਏ, ਮੇਰੀ ਬੇਟੀ ਅਸਿਸਟੈਂਟ ਪ੍ਰੋਫੈਸਰ ਉਹ ਲੱਗੇ ਹੋਏ ਹੈ, ਉਹ ਮੈਨੂੰ ਬੱਚੇ ਦੱਸ ਦਿੰਦੇ ਨੇ ਮੇਰਾ ਬੇਟਾ ਯੂਥ ਕਾਂਗਰਸ ਦਾ ਪ੍ਰੈਜ਼ੀਡੈਂਟ ਹੈ, ਉਹ ਕਾਲਜਾਂ ਯੂਨੀਵਰਸਿਟੀਆਂ ਦੇ ਅੰਦਰ ਕੰਮ ਕਰਦਾ। ਜਿੱਥੇ ਕਿਤੇ ਹੋਵੇ, ਚਲੋ ਆਪਣਾ ਮੈਂ ਫਰਜ਼ ਅਦਾ ਕਰ ਰਿਹਾ। ਪਰ ਜੇ ਮੈਂ ਜਾ ਰਿਹਾ, ਮੀਟਿੰਗਾਂ ਅਟੈਂਡ ਕਰ ਰਿਹਾ, ਤਾਂ ਪਤਾ ਲੈਣਾ ਤਾਂ ਮੇਰਾ ਹੱਕ ਹੈ। ਤਾਂ ਫਿਰ ਮੈਂ ਤੇਲ ਕਿੱਥੋਂ ਪਵਾ ਕੇ ਜਾਵਾਂ? ਤਾਂ ਫਿਰ ਮੈਂ ਆਪਣਾ ਜਿਹੜਾ ਉੱਥੇ ਰਹਿਣ ਸਹਿਣ ਤੇ ਹੋਰ ਜੋ ਕੁਝ ਵੀ ਹੈ ਉਹ ਫਿਰ ਮੈਂ ਕਿੱਥੋਂ ਕਰਾਂ? ਉਹ ਤਾਂ ਸਰਕਾਰ ਇਸ ਕਰਕੇ ਦਿੰਦੀ ਆ ਨਾ ਵੀ 1500 ਰੁਪਈਆ ਇੱਕ ਦਿਨ ਦਾ, ਤੇ ਤੁਹਾਡਾ ਆਉਣ ਜਾਣ ਦਾ ਜਿਹੜਾ ਤੁਸੀਂ ਘਰ ਤੋਂ ਜਾਣਾ ਚੰਡੀਗੜ੍ਹ, ਹੁਣ ਮੈਂ ਆਦਮਪੁਰ ਤੋਂ ਜਾਵਾਂ ਤੇ 164 ਕਿਲੋਮੀਟਰ ਮੇਰੇ ਜਾਣ ਦੇ ਬਣਦੇ ਆ, 164 ਕਿਲੋਮੀਟਰ ਆਉਣ ਦੇ ਬਣਦੇ ਆ। 15 ਰੁਪਏ ਪਰ ਕਿਲੋਮੀਟਰ ਉਹ ਮਿਲਦਾ, ਤੇ 1500 ਰੁਪਈਆ ਸਾਨੂੰ ਹਰ ਕਮੇਟੀ ਦਾ ਜਿਹੜਾ ਉਹ ਮਿਲਦਾ। ਜੇ 2 ਦਿਨ ਹੋ ਜਾਏ ਜਾਂ 3 ਦਿਨ ਹੋਵੇ, ਕਈ ਵਾਰੀ ਹੋਰ ਕਮੇਟੀ ਦੀ ਮੀਟਿੰਗ ਵੀ ਆ ਜਾਂਦੀ ਹੈ, ਤੇ ਸਾਨੂੰ ਉਹ ਵੀ ਮਿਲਦੇ ਆ। ਹੁਣ ਇਹ ਕੋਈ ਭੱਤਾ ਲੈਣਾ ਕੋਈ ਗੁਨਾਹ ਆ?
ਮੈਂ ਆਪਣਾ ਰਾਈਟ ਲੈ ਰਿਹਾ ਔਰ ਜਿਹੜਾ ਮੈਂ ਰਾਈਟ ਲੈ ਰਿਹਾ ਉਹਦੇ ਮੁਤਾਬਕ ਮੈਂ ਪੰਜਾਬ ਦੀ ਵਿਧਾਨ ਸਭਾ ਦੀਆਂ ਕਮੇਟੀਆਂ ਤੇ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਹਾਜ਼ਰ ਰਹਿ ਕੇ ਲੈ ਰਿਹਾ, ਉਹਦਾ ਨਹੀਂ ਲੈ ਰਿਹਾ। ਕਹਿਣ ਦਾ ਭਾਵ ਵੀ ਤੁਸੀਂ ਜਿਹੜਾ ਵੀ ਕੋਈ ਚੀਜ਼ ਕਰ ਰਹੇ ਹੋ ਲੀਗਲ ਤੌਰ ਤੇ ਤੁਸੀਂ ਆਪਣੇ ਭੱਤੇ ਲੈ ਰਹੇ ਹੋ, ਉਹ ਚੀਜ਼ਾਂ ਸਾਰੀਆਂ ਕਰਕੇ ਲੈ ਰਹੇ ਹੋ। ਪਰ ਇੱਥੇ ਸਵਾਲ ਕੋਟਲੀ ਸਾਹਿਬ ਇਹ ਵੀ ਉੱਠਦਾ ਫਿਰ ਜਿਹੜੀਆਂ ਕਮੇਟੀਆਂ ਦੇ ਮੈਂਬਰ ਤੁਸੀਂ ਹੋ ਉਹਨਾਂ ਹੀ ਕਮੇਟੀਆਂ ਦੇ ਮੈਂਬਰ ਹੋਰ ਵਿਧਾਇਕ ਵੀ ਹੋਣਗੇ, ਫਿਰ ਉਹ ਤਾਂ ਇੰਨੇ ਭੱਤੇ ਲੈਂਦੇ ਨਜ਼ਰ ਨਹੀਂ ਆ ਰਹੇ। ਤੁਸੀਂ ਜਾਂ ਦੱਸ ਦਿਓ ਵੀ ਜਿਹੜੇ 5 ਬੰਦਿਆਂ ਦੀ ਲਿਸਟ ਆਈ ਹੈ, 4 ਆਮ ਆਦਮੀ ਪਾਰਟੀ ਦੇ ਨੇ, 5ਵਾਂ ਨਾਮ ਤੁਹਾਡਾ ਸਭ ਤੋਂ ਉੱਤੇ ਹੈ। ਕੀ ਉਹਨਾਂ 5 ਚੋਂ ਵੀ ਤੁਹਾਡੀਆਂ ਕਮੇਟੀਆਂ ਦਾ ਕੋਈ ਮੈਂਬਰ ਹੈਗਾ ਜਿਹੜਾ ਇੰਨੇ ਭੱਤੇ ਲੈ ਗਿਆ? ਬਿਲਕੁਲ ਦੇਖੋ ਪ੍ਰਿੰਸੀਪਲ ਬੁੱਧਰਾਮ ਜੀ ਨੇ, ਉਹਨਾਂ ਨੇ ਵੀ 10 ਲੱਖ ਤੋਂ ਉੱਤੇ ਲੈ ਉਹ ਲੈ ਰਹੇ ਨੇ। ਅਮੋਲਕ ਜੀ ਨੇ, ਉਹ ਵੀ ਸਾਡੀਆਂ ਕਮੇਟੀਆਂ ਦੇ ਮੈਂਬਰ ਨੇ, ਹੋਰ ਵੀ ਬਹੁਤ ਸਾਰੇ ਮੈਂਬਰ ਨੇ। ਇਹ ਕਈ ਵਾਰ ਕਈਆਂ ਦੀਆਂ ਹਾਜ਼ਰੀਆਂ ਘੱਟ ਹੁੰਦੀਆਂ, ਕਈਆਂ ਦੀਆਂ ਵੱਧ ਹੁੰਦੀਆਂ, ਉਹ ਆਪਣੇ ਹਿਸਾਬ ਦੇ ਨਾਲ ਜਿਹੜਾ ਆ ਉਹ ਕਲੇਮ ਕਰਦੇ ਆ। ਅਸੀਂ ਤਾਂ ਜਿੰਨੀ ਸਾਡੀ ਹਾਜ਼ਰੀ ਹੈ, ਕਈ ਵਾਰ ਬਹੁਤੇ ਮੈਂਬਰਸ ਜਿਹੜੇ ਆ, ਮੈਂ ਤੁਹਾਡੇ ਔਨ ਰਿਕਾਰਡ ਕਹਿ ਰਿਹਾ, ਬਹੁਤ ਸਾਰੇ ਮੈਂਬਰ ਨਹੀਂ ਆਉਂਦੇ, ਠੀਕ ਹੈ, ਕਈ ਵਾਰ ਮਿਸ ਕਰ ਜਾਂਦੇ ਆ। ਲੇਕਿਨ ਮੈਂ ਬਹੁਤ ਉਹਨਾਂ ਕਮੇਟੀਆਂ ਨੂੰ ਕਦੇ ਮਿਸ ਨਹੀਂ ਕਰਦਾ, ਉਹਦੀਆਂ ਰਿਪੋਰਟਾਂ ਤਿਆਰ ਕਰੀ ਦੀਆਂ, ਸਰਕਾਰ ਨੂੰ ਜਿਹੜਾ ਆ ਜੋ ਐਡਵਾਈਸ ਲਿਖ ਕੇ ਭੇਜਣੀਆਂ ਹੁੰਦੀਆਂ ਉਹ ਅਸੀਂ ਭੇਜਦੇ ਆ। ਔਰ ਪੰਜਾਬ ਦੀ ਵਿਧਾਨ ਸਭਾ 'ਚ ਮੈਂ ਤਾਂ ਅੰਦਰ ਵੀ ਬੋਲਦਾ ਤੇ ਤੁਸੀਂ ਦੇਖਦੇ ਹੋ ਹਰ ਵਾਰੀ ਤਾਂ ਮੈਂ ਬਾਹਰ ਵੀ ਬੋਲਦਾ, ਤੇ ਕਿ ਮੈਂ ਫਿਰ ਆਪਣਾ ਉੱਥੇ ਜਾਣ ਆਉਣ ਦਾ ਜਿਹੜਾ ਆ ਉਹ ਖਰਚਾ ਜਿਹੜਾ ਸਰਕਾਰ ਦਿੰਦੀ ਹੈ ਉਹ ਤਾਂ ਮੇਰਾ ਹੱਕ ਹੈ, ਉਹ ਤਾਂ ਮੈਂ ਲੈ ਰਿਹਾ। ਤਾਂ ਫਿਰ ਮੈਂ ਜਾਂਦਾ, ਫਿਰ ਮੈਂ ਇਹ ਆ ਵੀ ਕਿਸੇ ਨੂੰ ਕਹਾਂ ਵੀ ਯਾਰ ਗੱਡੀ 'ਚ ਬਿਠਾ ਤੇ ਮੇਰੀ ਗੱਡੀ 'ਚ ਪਵਾ 10,000 ਦਾ ਤੇਲ, ਤਾਂ ਫਿਰ ਮੈਂ ਕਰਪਟ ਤਾਂ ਹੈ ਨਹੀਂ। ਤੇ ਤੂੰ ਦੁਨੀਆ ਜਾਣਦੀ ਹੈ ਵੀ ਸੁਖਵਿੰਦਰ ਕੋਟਲੀ ਬੇਦਾਗ ਵਿਅਕਤੀ ਹੈ ਤੇ ਦੁਨੀਆ ਤੋਂ ਜਾਣਾ ਆ, ਚਿੱਟੀ ਚਾਦਰ ਲੈ ਕੇ ਜਾਣਾ, ਬੇਈਮਾਨੀ ਨਹੀਂ ਕਰਨੀ, ਜੋ ਰਾਈਟ ਹੈ ਉਹ ਲੈ ਰਹੇ ਆ। ਪਰ ਕੋਟਲੀ ਸਾਹਿਬ ਫਿਰ ਲੋਕ ਇਹ ਕਹਿੰਦੇ ਨੇ ਵੀ ਰਾਜ ਨਹੀਂ ਹੁੰਦਾ, ਇਹ ਸੇਵਾ ਦਾ ਤਰੀਕਾ ਹੁੰਦਾ। ਵੀ ਇਹੋ ਜੀ ਕਿਹੜੀ ਸੇਵਾ ਜਿਹਦੇ 'ਚ ਤੁਹਾਨੂੰ ਉਲਟੇ ਪੈਸੇ ਲੈਣੇ ਪੈਣ? ਲੋਕ ਇਹ ਵੀ ਗੱਲਾਂ ਕਰਦੇ ਨੇ ਨਾ ਵੀ ਸੇਵਾ ਦਾ ਮਤਲਬ ਸਿਰਫ ਸੇਵਾ ਹੁੰਦਾ, ਤੁਸੀਂ ਲੋਕਾਂ ਦੀ ਸੇਵਾ ਕਰਨੀ, ਤੁਹਾਨੂੰ ਚੁਣਿਆ ਗਿਆ, ਤੁਸੀਂ ਸੇਵਾ ਕਰੋ। ਪਰ ਇਸ ਤਰੀਕੇ ਦੇ ਨਾਲ ਇੱਕ ਤਨਖਾਹ ਮਿਲਦੀ ਹੈ, ਉਹ ਅਲੱਗ ਚੀਜ਼ ਹੋ ਗਈ। ਉੱਤੋਂ ਜਿਹੜੇ ਭੱਤੇ ਮਿਲਦੇ ਆ ਉਹ ਬਹੁਤ ਸਾਰੇ ਵਿਧਾਇਕ ਨਹੀਂ ਵੀ ਲੈਂਦੇ, ਬਹੁਤ ਸਾਰੇ ਵਿਧਾਇਕ ਇਹ ਕਹਿੰਦੇ ਨੇ ਅਸੀਂ ਤਨਖਾਹ ਵੀ ਨਹੀਂ ਲੈਣੀ। ਬਈ ਉਹ ਜਿਹੜੇ ਨਹੀਂ ਲੈਂਦੇ ਨਾ ਲੈਣ, ਇਹ ਉਹਨਾਂ ਦਾ ਆਪਣਾ ਹੱਕ ਆ। ਹੁਣ ਰਾਣਾ ਜੀ, ਇੰਦਰ ਜੀ, ਉਹ ਨਹੀਂ ਲੈ ਰਹੇ, ਉਹਨਾਂ ਦੇ ਕੋਲ ਉਹ ਸਮਰੱਥ ਨੇ, ਉਹ ਉਹਨਾਂ ਦੀ ਇੱਛਾ ਹੈ ਨਹੀਂ ਲੈਣਾ, ਵੀ ਨਹੀਂ ਲੈਣਾ ਤਾਂ ਨਾ ਲੈਣ। ਹੁਣ ਫਿਰ ਮੈਂ ਮੰਗਣ ਲੱਗ ਜਾਣਾ ਵੀ ਮੈਂ ਜੇ ਜਾਣਾ ਚੰਡੀਗੜ੍ਹ ਨੂੰ ਤਾਂ ਫਿਰ ਮੈਂ ਕਿਸੇ ਨੂੰ ਕਹਾਂ ਮੇਰੀ 10,000 ਦਾ ਗੱਡੀ 'ਚ ਤੇਲ ਪਵਾ ਕੇ ਦੇ ਬਈ। ਫਿਰ ਤੁਸੀਂ ਇਹ ਚਾਹੁੰਦੇ ਹੋ ਜੇ ਮੈਂ ਆਪਣਾ ਰਾਈਟ ਲੈ ਰਿਹਾ ਤਾਂ ਮੈਂ ਗੁਨਾਹ ਨਹੀਂ ਕਰ ਰਿਹਾ। ਜੇ ਮੈਂ ਗੁਨਾਹ ਕਰ ਰਿਹਾ ਫਿਰ ਮੈਨੂੰ ਉਹਦੇ ਗੁਨਾਹ ਦੀ ਸਜ਼ਾ ਮਿਲਣੀ ਚਾਹੀਦੀ, ਮੇਰਾ ਰਿਕਾਰਡ ਚੈੱਕ ਕਰ ਲੈਣਾ ਚਾਹੀਦਾ ਵੀ ਮੈਂ ਉਹ ਰਾਈਟ ਲਿਆ ਕਿ ਸਹੀ ਲਿਆ। ਇਹ ਸੇਵਾ ਤਾਂ ਮਤਲਬ ਜਦੋਂ ਵੀ ਤੁਸੀਂ ਰੋਟੀਆਂ ਵੀ ਬੇਜ਼ਾਰ ਹੋ ਜਾਓਗੇ ਤੇ ਨਾਲ ਦੇ ਬੰਦੇ ਨੂੰ ਕਹੋਗੇ, ਹੁਣ ਹਰ ਵਾਰੀ ਸੈਸ਼ਨ ਤੇ ਬੰਦੇ ਮੇਰੇ ਨਾਲ ਜਾਂਦੇ ਨੇ, ਮੀਟਿੰਗਾਂ 'ਚ ਵੀ ਕਈ ਵਾਰੀ ਉਹਨਾਂ ਨੂੰ ਦਿਖਾਉਣ ਲੈ ਕੇ ਜਾਂਦੇ ਆ ਤਾਂ ਉਹਨਾਂ ਨੂੰ ਚਾਹ ਪਾਣੀ ਵੀ ਪਿਆਉਂਦਾ, ਮੈਂ ਤਾਂ ਆਪਣੇ ਕੋਲੋਂ ਪਾਉਂਦਾ। ਫਿਰ ਮੈਂ ਉਹਨਾਂ ਨੂੰ ਕਿਹਾ ਕਰਾਂ ਵੀ ਉਹ ਬਿੱਲ ਬਣ ਗਿਆ 5,000 ਤੂੰ ਦੇ ਬਈ। ਇਹ ਕੋਈ ਗੱਲਾਂ ਮਤਲਬ ਐਡੀ ਮੈਨੂੰ ਗੱਲ ਜਿਹੜੀ ਆ ਉਹ ਫਿਰ ਜਿਹੜਾ ਮੀਡੀਆ ਨੇ ਤੁਹਾਡੇ ਤੇ ਬਣਾ ਦਿੱਤਾ ਪੂਰਾ ਵੀ ਇਸ ਤਰੀਕੇ ਦੇ ਨਾਲ ਇੱਕ ਕਾਂਗਰਸੀ ਐਮਐਲਏ ਇੰਨੇ ਜ਼ਿਆਦਾ ਪੈਸੇ ਲੈ ਰਿਹਾ, ਐਂ ਕਰ ਰਿਹਾ, ਉਹ ਕਰ ਰਿਹਾ, ਤੇ ਉਹਨੂੰ ਦੇਖਦੇ ਕਿਵੇਂ ਹੋ ਤੁਸੀਂ? ਆਪਣਾ ਪੱਖ ਰੱਖਿਆ? ਵੈਸੇ ਮੈਂ ਕੋਈ ਪੱਖ ਨਹੀਂ ਰੱਖ ਰਿਹਾ, ਇਹ ਔਨ ਰਿਕਾਰਡ ਹੈ। ਮੈਂ ਤਾਂ ਤੁਸੀਂ ਮੈਨੂੰ ਪੁੱਛਿਆ, ਮੈਂ ਜਵਾਬ ਦੇ ਦਿੱਤਾ। ਜਿਹੜੇ ਕਿਸੇ ਨੇ ਜੋ ਚਲਾਉਣਾ ਉਹ ਚਲਾ ਦੇ, ਮੇਰੀ ਸਿਹਤ ਤੇ ਤਾਂ ਕੋਈ ਅਸਰ ਨਹੀਂ। ਜੇ ਮੈਂ ਕਾਂਗਰਸ ਦਾ ਆ ਤਾਂ ਮੈਂ ਕਾਂਗਰਸ ਦਾ ਐਮਐਲਏ ਹੋ ਕੇ ਕੰਮ ਵੀ ਕਰ ਰਿਹਾ, ਪੰਜਾਬ ਦੀ ਵਿਧਾਨ ਸਭਾ 'ਚ ਵੀ ਜਾਣਾ। 99% ਮੇਰੀ ਹਾਜ਼ਰੀ ਆ, ਇੱਕ ਮਿਸ ਹੈ ਸਰ, ਉਹ ਵੀ ਮੈਂ ਹਾਜ਼ਰ ਜ਼ਰੂਰ ਸੀ, ਲੇਕਿਨ ਉਹ ਅਸੀਂ ਉਸ ਦਿਨ ਹਾਜ਼ਰੀ ਨਹੀਂ ਲਾਈ ਕਿਉਂਕਿ ਇਹਨਾਂ ਨੇ ਸੈਸ਼ਨ ਵਾਲਾ ਹੀ ਕਹਿੰਦਾ ਫਾਇਦਾ ਕੀ ਆ ਵੀ ਇਹਦੇ ਤਾਂ ਫਿਰ ਭੱਤੇ ਵੀ ਨਹੀਂ ਲੈਣੇ ਚਾਹੀਦੇ, ਸਰਕਾਰ ਦੇ ਮੁਕਤ ਦਾ ਬੋਝ ਪਾਇਆ ਜਾ ਰਿਹਾ। ਸੋ ਇਹ ਮੇਰਾ ਰਾਈਟ ਹੈ, ਮੈਂ ਕੰਮ ਕਰ ਰਿਹਾ। ਤਾਂ ਫਿਰ ਇਦਾਂ ਤਾਂ IAS ਅਫਸਰ ਤਨਖਾਹ ਨਾ ਲਵੇ, ਉਹ ਵੀ ਕਹਿ ਦੇਵੇ ਮੈਂ ਸੇਵਾ ਹੀ ਕਰਨੀ ਹੈ, ਉਹ ਆਪਣੇ ਪਰਿਵਾਰ ਤੇ ਬੱਚੇ ਕਿੱਥੋਂ ਚਲਾਏਗਾ? ਇਹ ਕੋਈ ਸਾਡਾ ਸਾਧਨ ਨਹੀਂ ਹੈ, ਇਹ ਬੱਚੇ ਚਲਾਉਣ ਮਤਲਬ ਆਪਣੇ ਪਾਲਣ ਦਾ ਜਾਂ ਕੋਈ ਹੋਰ ਨਹੀਂ ਹੈ। ਲੇਕਿਨ ਉਹਦੇ ਨਾਲ ਜਿੰਨਾ ਤੁਸੀਂ ਕੰਮ ਕਰ ਰਹੇ ਹੋ ਤਾਂ ਉਹਦਾ ਤੁਹਾਨੂੰ ਪੇ ਬੈਕ ਜੇ ਆ ਰਿਹਾ। ਅੱਛਾ, ਦੂਸਰੀ ਗੱਲ, ਹੁਣ ਬਹੁਤ ਸਾਰਿਆਂ ਨੇ ਮੈਡੀਕਲਸ ਦੇ ਲਏ ਆ, ਉਹ ਤਾਂ ਕਿਸੇ ਨੇ ਚਲਾਇਆ ਨਹੀਂ। ਮੈਂ ਤਾਂ ਮੈਡੀਕਲ ਦੇ 10 ਰੁਪਏ ਵੀ ਨਹੀਂ ਲਏ। ਮੇਰੀ ਲੱਤ ਟੁੱਟ ਗਈ, ਐਡਾ ਵੱਡਾ ਐਕਸੀਡੈਂਟ ਹੋਇਆ ਸੀ, ਤੁਹਾਨੂੰ ਪਤਾ ਹੋਣਾ। ਮੈਂ ਫੋਰਟਿਸ 'ਚ ਦਾਖਲ ਰਿਹਾ, ਮੈਂ ਜੌਲ ਹਸਪੀਟਲ ਜਲੰਧਰ 'ਚ ਦਾਖਲ ਰਿਹਾ, ਤਾਂ ਮੈਂ ਤਾਂ ਉਹ ਕਲੇਮ ਹੀ ਨਹੀਂ ਕੀਤਾ। ਮੈਂ ਕਿਹਾ ਚਲ ਛੱਡੋ ਯਾਰ, 1 ਰੁਪਿਆ ਵੀ ਨਹੀਂ ਲਿਆ। ਨਾ ਮੈਂ ਲਏ ਨਹੀਂ, ਤੁਸੀਂ ਰਿਕਾਰਡ ਚੈੱਕ ਕਰ ਲਿਓ। ਮੈਂ ਦਾਖਲ ਰਿਹਾ, ਮੇਰੇ ਖਿਆਲ 'ਚ ਹਫ਼ਤਾ ਭਰ ਮੈਂ ਇੱਥੇ ਰਿਹਾ ਤੇ ਮੇਰੇ ਖਿਆਲ 5 ਦਿਨ ਜਾਂ 7 ਦਿਨ ਉੱਥੇ ਬਣਿਆ। ਘੱਟੋ ਘੱਟ 3-4 ਲੱਖ ਰੁਪਏ ਦਾ ਖਰਚਾ ਸੀ। ਸਾਰਾ ਇਲਾਜ ਤੁਸੀਂ ਪੱਲਿਓਂ ਕਰਾਇਆ? ਮੈਂ ਕਰਾਇਆ ਹੀ ਨਹੀਂ, ਮੈਂ ਲਏ ਹੀ ਨਹੀਂ। ਜੋ ਮੈਂ ਦਾਖਲ ਰਿਹਾ ਮੈਂ ਉਹਦੇ ਲਏ ਹੀ ਨਹੀਂ ਪੈਸੇ ਕਿ ਨਹੀਂ ਯਾਰ ਠੀਕ ਹੈ, ਮੈਂ ਉਹ ਸਮਰੱਥ ਸੀਗਾ ਜਿਹੜਾ ਕੋਈ ਮਾੜਾ ਮੋਟਾ, ਮੈਂ ਕਿਹਾ ਯਾਰ ਆਪਾਂ ਨਹੀਂ ਲੈਣੇ ਤਾਂ ਨਹੀਂ ਲੈ। ਇਹਦਾ ਮਤਲਬ ਇਹ ਤਾਂ ਨਹੀਂ ਨਾ ਹੈ ਕਿ ਮਤਲਬ ਮੈਂ ਹੁਣ ਭੁੱਖਾ ਮਰਾਂ। ਨਾ ਲੈਣ ਦਾ ਕਾਰਨ ਕੀ ਹੈ ਵੀ ਦੱਸੋ ਨਾ। ਫਿਰ ਜੇ ਅਸੀਂ ਤੁਹਾਨੂੰ ਉਹਦੇ ਲਈ ਕਹਿ ਰਹੇ ਹਾਂ ਵੀ ਤੁਸੀਂ ਲਏ ਨੇ, ਜਿਹੜੇ ਨਹੀਂ ਲਏ ਉਹਨਾਂ ਬਾਰੇ ਦੱਸੋ ਵੀ ਕਿਉਂ ਨਹੀਂ? ਜਿਹੜਾ ਉਹ ਮੈਡੀਕਲਸ ਵਾਲਾ ਸੀਗਾ, ਮੇਰੇ ਕੋਲ ਇੰਸ਼ੋਰੈਂਸ ਸੀਗੇ, ਠੀਕ ਹੈ, ਮੇਰੇ ਕੋਲ ਜਿਹੜੇ ਮੈਂ ਇੰਸ਼ੋਰੈਂਸ ਕਰਾਏ ਹੋਏ ਆ, ਮੈਂ ਉਹਨਾਂ ਚੋਂ ਕਰਵਾ ਲਿਆ, ਠੀਕ ਹੈ। ਤੇ ਮੈਂ ਫਿਰ ਆਪਣੀ ਸਰਕਾਰ ਦੇ ਉੱਤੇ ਬੋਝ ਕਿਉਂ ਪਾਵਾਂ?
ਜਿਹੜਾ ਤੁਹਾਡਾ ਸਵਾਲ ਹੈ ਵੀ ਫਿਰ ਤੁਸੀਂ ਕਿੱਥੋਂ ਦਿੱਤੇ, ਤੁਸੀਂ ਹੁਣ ਇਹ ਚੈੱਕ ਕਰ ਲਿਓ, ਰਿਕਾਰਡ ਕਰਾਸ ਚੈੱਕ ਕਰ ਲਿਓ। ਮੇਰੇ ਖਿਆਲ ਦੇ ਅੰਦਰ ਉਹ ਬਜਾਜ ਜਾਂ ਸ਼ਾਇਦ ਉਹਦਾ ਕੋਈ ਇੰਸ਼ੋਰੈਂਸ 2-3 ਕਰਵਾਏ ਹੋਏ ਆ, ਉਹ ਮੈਂ ਉਹਦੇ ਤੋਂ ਲੈ ਲੈ ਵੀ ਯਾਰ ਜਿਹੜੇ ਸਾਨੂੰ ਮਿਲ ਰਹੇ ਆ, ਸਰਕਾਰ ਤੇ ਵੀ ਬੋਝ ਨਾ ਹੋਵੇ, ਜਿਹੜਾ ਤੁਹਾਨੂੰ ਮਿਲਦਾ ਉਹ ਤੁਸੀਂ ਲੈ ਲਓ। ਇੰਸ਼ੋਰੈਂਸ ਆਪਾਂ ਕਾਹਦੇ ਕਰਕੇ ਕਰਵਾਉਂਦੇ ਆ? ਤੇ ਮੈਂ ਤਾਂ ਉਹ ਵੀ ਨਹੀਂ ਕਲੇਮ ਕੀਤੇ। ਉਦੋਂ ਬਾਅਦ ਵੀ ਬਿਮਾਰ ਰਹੇ ਆ, ਕਈ ਵਾਰ ਆਪ ਵੀ ਬਿਮਾਰ ਹੋਏ, 2 ਵਾਰ ਹਸਪੀਟਲ ਵੀ ਦਾਖਲ ਹੋਏ, ਆਕਸਫੋਰਡਸ ਵਗੈਰਾ ਹੋਏ ਆ, ਕਈ ਵਾਰ ਬਿਮਾਰ ਹੁੰਦਾ ਤਾਂ ਆਪਾਂ ਲੈ ਸਕਦੇ ਆ, ਪਰ ਉਹ ਨਹੀਂ ਲਏ। ਲੇਕਿਨ ਕਿਉਂਕਿ ਉਹ ਮੈਡੀਕਲ ਇੱਕ ਅਲੱਗ ਚੀਜ਼ ਆ, ਹਾਜ਼ਰ ਹੋਣਾ ਇੱਕ ਉਹ ਤੁਹਾਡਾ ਅਲੱਗ ਚੀਜ਼ ਹੈ। ਤੁਸੀਂ ਉਹਦੇ 'ਚ ਜਾਂਦੇ ਹੋ ਔਰ ਜਾ ਕੇ ਹਾਜ਼ਰੀ ਲਗਵਾਉਂਦੇ ਹੋ ਤੁਸੀਂ ਰਜਿਸਟਰ ਦੇ ਉੱਤੇ, ਤੇ ਤੁਸੀਂ ਉੱਥੇ ਜਾਓਗੇ ਤਾਂ ਹਾਜ਼ਰੀ ਲੱਗਦੀ ਹੈ। ਉੱਦਾਂ ਨਹੀਂ ਕਦੇ ਵੀ ਕੋਈ ਹਾਜ਼ਰੀ ਵੀ ਹਾਂ ਤੁਸੀਂ ਚੌਥੇ ਦਿਨ ਵੀ ਨਾ ਤੁਸੀਂ ਕਹਿਣ ਦਾ ਭਾਵ ਵੀ ਇਹਨਾਂ ਪੱਤਿਆਂ 'ਚ ਧਾਂਦਲੀ ਨਹੀਂ ਹੋ ਸਕਦੀ ਇਹ ਡੇਟਾ। ਨਾ ਉਹ ਤਾਂ ਤੁਸੀਂ ਮੀਟਿੰਗ ਤੇ ਜਾਓਗੇ ਤਾਂ ਹੀ ਕਲੇਮ ਕਰ ਸਕਦੇ ਹੋ। ਬੈਠੇ ਤੁਸੀਂ ਜਲੰਧਰ ਹੋਵੋ ਤੇ ਕਲੇਮ ਤੁਸੀਂ ਕਰੋ ਉੱਥੇ ਦਾ। ਇਹ ਤਾਂ ਮੇਰੀ ਕੌਨਸ਼ੀਅਸ ਵੈਸੇ ਹੀ ਨਹੀਂ ਅਲਾਉ ਕਰਦੀ। ਮੈਂ ਤਾਂ ਇਮਾਨਦਾਰ ਬੰਦਾ ਆ, ਆਮ ਵਿਅਕਤੀ ਦੀ ਤਰ੍ਹਾਂ ਜ਼ਿੰਦਗੀ ਬਤੀਤ ਕਰ ਰਿਹਾ ਔਰ ਉਹਦਾ ਜੋ ਮੈਨੂੰ ਮਿਲਦਾ ਉਹ ਲੈ ਰਿਹਾ ਔਰ ਉਹਦੇ ਨਾਲ ਆਪਣਾ ਜੋ ਮੇਰੀ ਡਿਊਟੀ ਆ, ਇਲਾਕੇ 'ਚ ਜਾਣਾ, ਪੈਟਰੋਲ ਫੂਕਣਾ, ਹੋਰ ਸਾਰਾ ਕੁਝ ਕਰਨਾ, ਉਹਦੇ ਨਾਲ ਆਪਣਾ ਗੁਜ਼ਾਰਾ ਕਰ ਰਿਹਾ। ਮੈਂ ਕਿਉਂ ਮਤਲਬ ਕਿਸੇ ਦੇ ਆਮ ਪਬਲਿਕ ਦੇ ਉੱਤੇ ਕਿਉਂ ਬੋਝ ਬਣਾ? ਜਦ ਸਰਕਾਰ ਦੇ ਰਹੀ ਆ ਤੇ ਫਿਰ ਭਗਵੰਤ ਮਾਨ ਮੈਨੂੰ ਲਵੇ, ਚਲੋ ਸਰਕਾਰ ਵੀ ਕਿਹੜਾ ਪੱਲਿਓਂ ਦਿੰਦੀ ਆ, ਉਹ ਵੀ ਟੈਕਸ ਇਦਾਂ ਕਰ ਲੈਂਦੇ ਆ ਵੀ ਭਗਵੰਤ ਮਾਨ ਵੀ ਨਾ ਲਵੇ, ਅਕਾਲੀ ਦਲ ਵਾਲੇ ਵੀ ਨਾ ਲੈਣ। ਤੇ ਮੈਂ ਅੱਜ ਹੀ ਐਲਾਨ ਕਰ ਦਿੰਦਾ ਵੀ ਉਹ ਨਾ ਲੈਣ। ਜਿਹੜਾ ਮੇਰਾ ਸਾਲ ਬਚਿਆ ਚਲੋ ਮੈਂ ਨਹੀਂ ਲਊਂਗਾ, ਮੈਂ ਗੁਜ਼ਾਰਾ ਕਰ ਲੂੰਗਾ ਔਖਾ ਸੌਖਾ। ਪਰ ਇਹਦਾ ਮਤਲਬ ਨਹੀਂ, ਚੈਲੰਜ ਨਹੀਂ, ਤਾਂ ਰਿਕੁਐਸਟ ਆ। ਜਿਹੜਾ ਕੋਈ ਕਹਿ ਰਿਹਾ ਬਈ ਕੋਟਲੀ ਨੇ ਵੱਧ ਪੱਤੇ ਲਏ ਆ, ਮੈਂ ਉਹਨਾਂ ਨੂੰ ਸਵਾਲ ਕਰ ਰਿਹਾ। ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਐਮਐਲਏਸ ਨੇ ਕਿਹਾ ਸੀ ਵੀ ਅਸੀਂ ਤਨਖਾਹ ਨਹੀਂ ਲੈਣੀ। ਗੱਜਣ ਮਾਜਰਾ ਹੋਣੀ ਉਹਨਾਂ ਚੋਂ ਇੱਕ ਨੇ, ਦੇਵਮਾਨ ਨਾਭੇ ਵਾਲੇ ਇੱਕ ਨੇ। ਤੁਸੀਂ ਦੱਸ ਸਕਦੇ ਹੋ ਕਿ ਇਹ ਜਿਹੜੇ ਕਹਿੰਦੇ ਨੇ ਤਨਖਾਹ, ਮੇਰੇ ਖਿਆਲ 'ਚ ਤਨਖਾਹ ਤਾਂ ਲੈ ਰਹੇ ਨੇ, ਤਨਖਾਹ ਲੈ ਰਹੇ ਨੇ, ਇਹ ਜਨਤਕ ਹੋ ਗਿਆ ਥੋੜਾ ਚਿਰ ਪਹਿਲਾਂ। ਇਹਦੇ ਬਾਰੇ ਕੋਈ, ਕਿਉਂਕਿ ਮੈਂ ਰਿਕਾਰਡ ਨਹੀਂ, ਪਰ ਮੈਨੂੰ ਪਤਾ ਵੀ ਤਨਖਾਹ ਤਾਂ ਜਿਹੜੀ ਵਿਅਕਤੀ ਨੂੰ ਮਿਲਦੀ ਹੈ ਉਹ ਤਾਂ ਲੈਣੀ। ਚਲੋ ਗੱਜਣ ਮਾਜਰੇ ਉਹਨਾਂ ਦੇ ਬਿਜ਼ਨਸ ਚੰਗੇ ਆ, ਬੜੇ ਨੇ, ਉਹਨਾਂ ਦਾ ਮੇਰੇ ਖਿਆਲ 300 ਕਰੋੜ ਦਾ ਤਾਂ ਆਮ ਬਿਜ਼ਨਸ ਉਹਨਾਂ ਦੇ ਮੇਰੇ ਖਿਆਲ 'ਚ। ਮੈਨੂੰ ਧਾਂਦਲੀ ਵੀ ਫੜ ਹੋਈ ਸੀ ਜੇਲ੍ਹ 'ਚ ਰਹਿ ਕੇ। ਮੈਂ ਧਾਂਦਲੀ ਮੁਤਾਬਕ ਅੱਜ ਦੀ ਇੰਟਰਵਿਊ 'ਚ ਨਹੀਂ ਗੱਲ ਕਿਹਾ ਕਿਉਂਕਿ ਆਪਣਾ ਟਰੈਕ ਨਾ ਬਦਲ ਜਾਏ ਉਹਨਾਂ ਦਾ ਸਰਦਾ। ਮੈਂ ਤਾਂ ਰਾਣਾ ਗੁਰਜੀਤ ਜੀ ਦੀ ਗੱਲ ਕਰ ਰਿਹਾ। ਠੀਕ ਹੈ, ਬੜੀਆਂ ਫੈਕਟਰੀਆਂ ਨੇ, ਬੜੇ ਮਾਲਕ ਨੇ। ਤੁਹਾਡੇ ਖਾਸ ਦੋਸਤ ਪ੍ਰਗਟ ਸਿੰਘ ਹੋਣੀ ਨੇ, ਪ੍ਰਗਟ ਸਿੰਘ ਨਹੀਂ ਲੈਂਦੇ? ਇਹ ਤਾਂ ਹੁਣ ਉਹ ਹੀ ਦੱਸ ਸਕਦੇ ਵੀ ਉਹ ਕਿਉਂ ਨਹੀਂ ਲੈਂਦੇ। ਨਹੀਂ, ਉਹਨਾਂ ਦਾ ਸਭ ਤੋਂ ਘੱਟ ਲੈਣ ਵਾਲਿਆਂ 'ਚ ਆਇਆ ਵੀ ਘੱਟ ਪੱਤੇ ਲੈਂਦੇ। ਹਾਜ਼ਰੀਆਂ ਚੈੱਕ ਕਰ ਲਿਓ ਉਹਨਾਂ ਦੀਆਂ। ਅੱਛਾ, ਹਾਜ਼ਰੀਆਂ ਚੈੱਕ ਕਰ ਲਿਓ। ਤੁਹਾਨੂੰ ਸ਼ੱਕ ਹੈ ਵੀ ਘੱਟ ਹੋਣਗੇ? ਨਹੀਂ, ਮੇਰਾ ਮਤਲਬ ਵੀ ਹਾਜ਼ਰੀਆਂ ਚੈੱਕ ਕਰ ਲਿਓ ਵੀ ਉਹਨਾਂ ਨੇ ਕਿੰਨੇ ਕਲੇਮ ਕੀਤੇ, ਕਿੰਨੇ ਨਹੀਂ ਕੀਤੇ, ਮੈਨੂੰ ਪਤਾ ਨਹੀਂ, ਲੇਕਿਨ ਕਰਦੇ ਹੈਗੇ ਆ। ਮੈਨੂੰ ਇਹਦੇ ਬਾਰੇ ਨਹੀਂ ਕੋਈ ਜ਼ਿਆਦਾ ਨਹੀਂ ਪਤਾ ਕਿ ਕਿੰਨਾ ਕੋਈ। ਅੰਤ 'ਚ ਇਹ ਦੱਸ ਦਿਓ ਕੋਟਲੀ ਸਾਹਿਬ, ਜਿਹੜੇ ਪੱਤੇ ਮਿਲਦੇ ਹੁੰਦੇ ਨੇ ਇਹ ਇੱਕ ਐਮਐਲਏ ਆਪਣੇ ਸਟਾਫ ਦੇ ਜ਼ਰੀਏ ਭਰ ਕੇ ਭੇਜਦਾ ਜਾਂ ਫਿਰ ਉੱਥੇ ਬੈਠੇ ਅਫਸਰ ਖੁਦ ਭਰਦੇ ਨੇ ਵੀ ਆਹ ਵਿਅਕਤੀ ਪਹੁੰਚੇ? ਨਹੀਂ, ਇਹ ਤਾਂ ਤੁਹਾਨੂੰ ਫਾਰਮ ਮਿਲਦਾ, ਬਕਾਇਦਾ ਫਾਰਮ ਮਿਲਦਾ, ਉਹ ਤੁਸੀਂ ਭਰਨਾ ਹੁੰਦਾ ਵੀ ਆਪਣੇ ਘਰ ਤੋਂ ਚੱਲ ਕੇ ਚੰਡੀਗੜ੍ਹ। ਮੈਂ 164 ਕਿਲੋਮੀਟਰ ਮੇਰੇ ਘਰ ਤੋਂ ਬਣਦਾ। ਠੀਕ ਹੈ, ਵਾਪਸ ਆਉਣ ਦਾ ਵੀ ਬਣਦਾ। ਜੇ 2 ਦਿਨ ਉੱਥੇ ਆ ਤਾਂ ਤੁਹਾਡਾ ਆਪਣਾ 1500 ਰੁਪਈਆ ਤੁਹਾਨੂੰ ਇੱਕ ਮੀਟਿੰਗ ਦਾ ਮਿਲਦਾ ਆ। ਠੀਕ ਹੈ, ਇਦਾਂ ਹੀ 1500 ਰੁਪਈਆ ਤੁਹਾਨੂੰ ਸੈਸ਼ਨ ਦਾ ਮਿਲਦਾ, ਉਹਦਾ ਵੀ ਆਉਣ ਜਾਣ ਭੱਤਾ ਮਿਲਦਾ। ਇਹ ਕੱਲੀਆਂ ਮੀਟਿੰਗਾਂ ਦਾ ਨਹੀਂ ਹੈ ਜਿਹੜਾ ਤੁਸੀਂ ਕੱਢ ਰਹੇ ਹੋ ਸਾਰਾ, ਇਹ ਭੱਤੇ ਸਾਰੇ ਹਾਜ਼ਰੀਆਂ ਦੇ ਨੇ। ਵੀ ਜਿਹੜਾ ਤੁਸੀਂ DATA ਕਲੇਮ ਕਰਦੇ, DATA ਨੂੰ ਇਹ ਭੱਤਾ ਕਹਿ ਰਹੇ ਨੇ, ਹਾਜ਼ਰੀ ਨੂੰ ਨਹੀਂ ਕਹਿ ਰਹੇ। ਉਹ ਜਿਹੜੀਆਂ ਜਦ ਮੇਰੀ ਹਾਜ਼ਰੀ ਉੱਤੇ 100% ਹੈ, 99% ਹੈ, ਫਿਰ ਮੈਂ ਲਊਂਗਾ ਹੀ, ਕਿਉਂ ਮੈਂ ਛੱਡਾਂ ਬਈ? ਮੈਂ ਆਪਣਾ ਸਰਕਲ ਚਲਾਵਾਂ, ਮੈਂ ਮੰਗਣਾ ਤਾਂ ਹੈ ਨਹੀਂ, ਮੈਂ ਕਿਸੇ ਦੇ ਕੋਲੋਂ ਕਰਪਸ਼ਨ ਤਾਂ ਕਰਨੀ ਨਹੀਂ। ਠੀਕ ਹੈ ਕਿ ਨਹੀਂ? ਮੈਂ ਕਿਸੇ ਕੋਲੋਂ ਕਰਪਸ਼ਨ ਨਹੀਂ ਕਰਨੀ। ਮੈਂ ਤੇਲ ਵੀ ਆਪਣਾ ਪਾਉਂਦਾ, ਨਾਲ ਵੀ ਬਿਠਾਉਂਦਾ, ਰੋਟੀ ਪਾਣੀ ਵੀ ਖਵਾਉਂਦਾ, ਚਾਹ ਵੀ ਪਿਆਉਂਦਾ। ਤਾਂ ਫਿਰ ਜੇ ਮੈਨੂੰ ਸਰਕਾਰ ਨੇ ਮੇਰੀ ਡਿਊਟੀ ਦਿੱਤੀ ਹੈ, ਠੀਕ ਹੈ, ਮੈਂ ਸਰਕਾਰ ਪੱਖ 'ਚ ਨਹੀਂ ਹੈ ਤਾਂ ਮੈਂ ਸਰਕਾਰ ਦੇ ਫੜਸੇ ਵੀ ਘੜੇੜਦਾ, ਸਰਕਾਰ ਨੂੰ ਕਚਹਿਰੀ ਦੇ ਅੰਦਰ, ਲੋਕਾਂ ਦੀ ਕਚਹਿਰੀ 'ਚ ਖੜਾ ਵੀ ਕਰਦਾ, ਬੋਲਦਾ ਵੀ ਆ, ਜਾਂਦਾ ਵੀ ਆ। ਨੌਲੇਜ ਲਾਇਬ੍ਰੇਰੀਆਂ 'ਚ ਮੈਂ ਜਾ ਕੇ ਸਭ ਤੋਂ ਵੱਧ ਬੈਠਦਾ। ਅੱਛਾ, ਉਹ ਵੀ ਦੱਸਣ। ਉਹ ਕਿੰਨੀਆਂ ਕਿਤਾਬਾਂ ਇਸ਼ੂ ਕਰਾਈਆਂ ਨੇ ਤੁਸੀਂ? ਮੇਰੇ ਕੋਲ ਮੇਰੇ ਖਿਆਲ 'ਚ 7-8 ਕਿਤਾਬਾਂ ਨੂੰ ਮੈਂ ਬਹੁਤ ਵਿਧਾਨ ਸਭਾ ਦੀ ਲਾਇਬ੍ਰੇਰੀ ਅਸੀਂ ਉੱਥੇ ਬੈਠ ਕੇ, ਅੱਛਾ, ਉੱਥੇ ਬੈਠ ਕੇ ਪੜ੍ਹਦੇ ਹਾਂ। ਅਖਬਾਰਾਂ ਵੀ ਉੱਥੇ ਜਾ ਕੇ ਕਈ ਵਾਰੀ ਪੜ੍ਹੀ ਦੀਆਂ। ਮਤਲਬ ਇੱਕ ਜਿਹੜੀ ਤੁਹਾਨੂੰ ਫੈਸਿਲਿਟੀ ਮਿਲ ਰਹੀ ਹੈ। ਹੁਣ ਤੁਸੀਂ ਕਹੋਗੇ ਜੀ ਉੱਥੇ ਤਾਂ ਫਿਰ AC ਫੂਕਦੇ ਆ, ਤੁਸੀਂ ਉਹ ਵੀ ਫੂਕਣ ਦਾ ਫਾਇਦਾ ਵੀ ਘਰ ਕਿਤਾਬ ਗੱਡੀ 'ਚ ਲੈ ਕੇ ਪੜ੍ਹ ਲਿਆ ਕਰੋ। ਇਹ ਕੋਈ ਮਤਲਬ ਇਹ ਮਤਲਬ ਲੌਜੀਕਲ ਜਿਹੀਆਂ ਗੱਲਾਂ ਨੇ। ਜਿਹੜੀ ਚੀਜ਼ ਤੁਹਾਨੂੰ ਦੇ ਰਹੇ ਆ, ਠੀਕ ਹੈ ਜੀ, ਉਹ ਫਿਰ ਬੰਦ ਕਰ ਦੇਣ। ਫਿਰ ਤੈਨੂੰ ਨਾਲ ਕਿਹਾ ਕਰਾਂਗੇ ਭਾਈ ਸਾਹਿਬ ਅੱਜ ਚੱਲਿਓ ਗੱਡੀ 'ਚ 5000 ਦਾ ਤੇਲ ਹੀ ਪਵਾ ਦਿਓ, ਫਿਰ ਤੁਸੀਂ ਕਹਣਾ MLA ਪੈਸੇ ਖਾਂਦਾ। ਇਸ ਕਰਕੇ ਕਈ ਗੱਲਾਂ ਨੇ। ਰਾਈਟ ਹੈ, ਰਾਈਟ ਟੂ ਸਰਵਿਸ। ਜੇ ਮੈਂ ਰਾਈਟ ਲਿਆ ਤਾਂ ਮੈਂ ਸਰਵਿਸਿਜ਼ ਵੀ ਦੇ ਰਿਹਾ ਜੀ, ਬਿਲਕੁਲ ਮੇਰਾ ਰਾਈਟ ਹੈ। ਤੇ ਕਲੇਮ ਕਰਨਾ ਮੇਰਾ, ਤੇ ਭਗਵੰਤ ਮਾਨ ਬੰਦ ਕਰ ਦੇਵੇ। ਆ ਪੈਨਸ਼ਨਾਂ ਅੱਗੇ 4-4 5-5 ਮਿਲਦੀਆਂ ਸੀ, ਤੇ ਜੇ ਉਹਨਾਂ ਨੇ 2 ਕਰ ਦਿੱਤੇ, ਮੇਰੇ ਖਿਆਲ ਇੱਕ ਵਾਰ ਜਾਂ ਸਿੰਗਲ 2 ਕਰ ਦਿੱਤੀਆਂ ਨੇ, ਜਾਂ ਨਹੀਂ ਇੱਕੋ ਹੀ ਕਰਤੀ ਵੀ ਇੱਕ ਵਿਧਾਇਕ, ਫਿਰ ਉਹ ਕਿਹੜਾ ਵਿਚਾਰੇ ਭੁੱਖੇ ਮਰ ਲੱਗ ਗਏ? ਜਿਹੜੇ ਪਹਿਲਾਂ ਦੇ MLA ਸੀ ਜਾਂ ਕੋਈ ਸਾਬਕਾ MLA ਸੀ, ਉਹ ਆਪਣੇ ਗੁਜ਼ਾਰੇ ਚਲਾਉਂਦੇ ਹੀ ਆ। ਜੇ ਮਿਲਦਾ ਸੀ ਤਾਂ ਲੈ ਰਿਹਾ ਸੀ। ਤਾਂ ਯਾਰ ਤੁਹਾਡਾ ਸੰਵਿਧਾਨਕ ਹੱਕ ਹੈ। ਹੁਣ MLA ਆ ਬਣਿਆ, ਫਿਰ ਉਹ ਆਪਣਾ ਸਾਰਾ ਸਿਸਟਮ ਕਿੱਥੋਂ ਚਲਾਵੇ?
ਫਿਰ ਤੁਸੀਂ ਕਹੋਗੇ 84,000 ਮਿਲਦਾ, ਉਹ ਤਾਂ ਦਫ਼ਤਰ ਦਾ ਵੀ ਆ, ਗਾਂ ਪੀਆਂ ਦਾ ਵੀ ਆ, ਹੋਰਾਂ ਦਾ ਵੀ ਆ, ਸਾਰਿਆਂ ਦਾ ਹੀ ਆ। ਇਹ ਇੱਕ ਸੰਵਿਧਾਨਕ ਹੱਕ ਦੇ ਉੱਤੇ ਕਿਸੇ ਵਿਅਕਤੀ ਦਾ, ਮੈਨੂੰ ਤਾਂ ਵੈਸੇ ਮੈਂ ਬਹੁਤਾ ਸੁਣਿਆ ਨਹੀਂ, ਤੁਸੀਂ ਕਿਹਾ ਕਿ ਬਾਬਾ ਚੱਲੀ ਹੈ, ਚੰਗਾ ਹੋਇਆ ਕੋਟਲੀ ਨੂੰ ਥੋੜਾ ਜੇ ਕੋਈ ਨਹੀਂ ਵੀ ਜਾਣਦਾ ਸੀ ਤਾਂ ਜਾਣਨ ਲੱਗ ਗਿਆ ਹੋਏਗਾ। ਤੇ ਮੇਰਾ ਪੱਖ ਤੁਸੀਂ ਅੱਜ ਜਾਣਿਆ ਔਰ ਮੈਂ ਉਹਦੇ ਚ ਸਪਸ਼ਟ ਕੀਤਾ ਇਹ ਪੈਸੇ ਤੁਹਾਨੂੰ ਹਾਜ਼ਰੀ ਦੇ ਲਾਉਣ ਦੇ, ਆਉਣ ਜਾਣ ਦੇ, ਕਮੇਟੀਆਂ ਦੇ ਵਿੱਚ ਜਾਉਂਗੇ ਤਾਂ ਮਿਲਦੇ ਆ। ਮੇਰੀ ਹਾਜ਼ਰੀ 99% ਹੁਣ ਤੱਕ ਦੀ ਇੱਕ ਗੈਰ ਹਾਜ਼ਰੀ, ਠੀਕ ਹੈ, ਉਹ ਵੀ ਮੈਂ ਹਾਜ਼ਰ ਸੀ, ਉਹਦੇ ਪੈਸੇ ਪਲੱਸ ਜਿੰਨੀਆਂ ਕਮੇਟੀਆਂ ਉਹਨਾਂ ਦੇ ਪੈਸੇ ਕੰਟੀਨਿਊ ਲਗਾਤਾਰ ਜਿਹੜੇ ਆ ਉਹ ਜਾਣੇ ਆ ਤਾਂ ਲੈਂਦੇ ਆ, ਜੇ ਨਹੀਂ ਜਾਂਦੇ ਤਾਂ ਨਹੀਂ ਲੈਂਦੇ। ਸੋ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਮੇਰਾ ਪੱਖ ਸੁਣਿਆ ਜੀ। ਇਹ ਸਨ ਸਾਡੇ ਨਾਲ ਸੁਖਵਿੰਦਰ ਸਿੰਘ ਕੋਟਲੀ ਹੋਣੀ। ਇੱਕ ਸਮਾਂ ਸੀ ਜਦੋਂ ਆਮ ਤੌਰ ਤੇ ਵਿਧਾਇਕਾਂ ਨੂੰ ਬੱਸਾਂ ਦੇ ਵਿੱਚ ਸਫ਼ਰ ਕਰਕੇ ਵਿਧਾਨ ਸਭਾ ਅਟੈਂਡ ਕਰਦੇ ਜਾਂਦਿਆਂ ਦੇਖਿਆ ਜਾਂਦਾ ਸੀ। 2022 ਦੇ ਸ਼ੁਰੂ 'ਚ ਇੱਕ ਤਸਵੀਰ ਵੈਸੇ ਇਹ ਵੀ ਦੇਖੀ ਹੈ ਪੰਜਾਬੀਆਂ ਨੇ, ਜਦੋਂ ਇੱਕ ਆਮ ਆਦਮੀ ਪਾਰਟੀ ਦਾ ਵਿਧਾਇਕ ਸਾਈਕਲ ਦੇ ਉੱਪਰ ਚੰਡੀਗੜ੍ਹ ਨੂੰ ਤੁਰ ਪੈਂਦਾ ਹੈ, ਪਰ ਸ਼ਾਇਦ ਇੱਕ ਵਾਰੀ ਜਾ ਕੇ ਲੱਤਾਂ ਫੁੱਲ ਗਈਆਂ ਹੋਣਗੀਆਂ। ਸੋ ਇਹ ਗੱਲਬਾਤ ਸੁਖਵਿੰਦਰ ਸਿੰਘ ਕੋਟਲੀ ਉਹਨਾਂ ਨਾਲ ਤਾਂ ਕੀਤੀ ਹੈ ਕਿਉਂਕਿ ਉਹਨਾਂ ਦਾ ਨਾਮ ਸਭ ਤੋਂ ਉੱਪਰ ਆਇਆ ਹੈ ਭੱਤਾ ਲੈਣ ਵਾਲਿਆਂ ਦੇ ਵਿੱਚ। ਉਹਨਾਂ ਨੇ ਆਪਣਾ ਪੱਖ ਰੱਖਿਆ ਹੈ ਕਿ ਮੇਰੀ ਹਾਜ਼ਰੀ ਪੂਰੀ ਹੈ। ਬਾਕੀ ਤੁਸੀਂ ਕੀ ਸੋਚਦੇ ਹੋ ਇਸ ਸਾਰੇ ਦੇ ਬਾਰੇ? ਆਪਣੇ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਦਿਓ। ਧੰਨਵਾਦ।